ਇਹ ਜੋ 3 ਕਾਨੂੰਨ ਮੋਦੀ ਸਰਕਾਰ ਨੇ ਲਾਗੂ ਕੀਤੇ ਨੇ, ਇਹ ਕਿਸਾਨਾਂ ਦੇ ਗਲ ਦੇ ਵਿੱਚ ਫੰਦਾ ਪਾਤਾ ਫਾਂਸੀ ਦਾ। ਇਸੇ ਤਰ੍ਹਾਂ ਹੀ 6ਵੇਂ ਤਨਖਾਹ ਕਮਿਸ਼ਨ ਨੇ ਜਵਾਨਾਂ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਸੀਗਾ। ਕਈ ਸਰਕਾਰਾਂ ਆਈਆਂ, ਕਈ ਗਈਆਂ, ਕਿਸੇ ਵੀ ਸਰਕਾਰ ਨੇ ਉਹਨਾਂ ਦਾ ਮੁੱਦਾ ਹੱਲ ਨਹੀਂ ਕੀਤਾ, ਕਿਸੇ ਨੇ ਉਹਨਾਂ ਵੱਲ ਧਿਆਨ ਨਹੀਂ ਦਿੱਤਾ। ਉਹਦੇ ਵਿੱਚ ਸੈਨਿਕਾਂ ਦੇ ਵਿੱਚ ਇੰਨਾ ਭੇਦਭਾਵ ਸਾਡੀ ਪੈਨਸ਼ਨ ਦੇ ਵਿੱਚ ਇੰਨੇ ਵਿਤਕਰੇ ਕਰਤੇ ਸੀਗੇ ਕਿ ਅਸੀਂ ਹੈਰਾਨ ਹੋ ਗਏ ਸੀਗੇ ਜਦ ਅਸੀਂ ਉਹ ਰਿਪੋਰਟਾਂ ਪੜ੍ਹੀਆਂ ਕਿ ਸਾਡੇ ਨਾਲ ਇੰਨਾ ਵਿਤਕਰਾ। ਮਨਮੋਹਨ ਸਿੰਘ ਸਰਕਾਰ ਸਮੇਂ ਕੇਂਦਰ ਸਰਕਾਰ ਦੇ ਖਿਲਾਫ ਅਸੀਂ ਮੋਰਚਾ ਖੋਲ੍ਹਿਆ, ਅਸੀਂ ਲੜੇ। ਉਸ ਤੋਂ ਬਾਅਦ ਰਵਾੜੀ ਦੇ ਵਿੱਚ ਇੱਕ ਬਹੁਤ ਵੱਡੀ ਰੈਲੀ ਨਰਿੰਦਰ ਮੋਦੀ ਜੀ ਨੇ ਕੀਤੀ, ਜਿਸ ਦੇ ਵਿੱਚ 10 ਲੱਖ ਸੈਨਿਕ ਹਰਿਆਣੇ ਦੇ ਵਿੱਚ ਇਕੱਠਾ ਹੋਇਆ ਤੇ ਮੋਦੀ ਨੇ ਸਾਡੇ ਕੋਲੇ ਅੱਖਾਂ 'ਚੋਂ ਹੰਝੂ ਕਰਾਏ। ਅੱਖਾਂ 'ਚੋਂ ਹੰਝੂ ਕਰਾ ਕੇ ਮੋਦੀ ਨੇ ਰੋਇਆ ਸਾਡੇ ਕੋਲੇ। ਮੋਦੀ ਤੋਂ ਇਹ ਕਹਿੰਦਾ ਮੈਂ ਦੇਸ਼ ਦੇ ਜਵਾਨ ਨੂੰ ਸੜਕਾਂ 'ਤੇ ਰੁਲਦਾ ਨਹੀਂ ਦੇ ਸਕਦਾ, ਕਿਉਂਕਿ ਜਵਾਨ ਹੈ ਜੋ ਉਹਦੀ ਬਹੁਤ ਵੱਡੀ ਕੁਰਬਾਨੀ ਹੁੰਦੀ ਆ, ਉਹਦੇ ਪਰਿਵਾਰ ਦੀ ਵੀ ਕੁਰਬਾਨੀ ਹੁੰਦੀ ਆ। ਤੇ ਅਸੀਂ ਵਿਸ਼ਵਾਸ ਕੀਤਾ ਮੋਦੀ ਸਾਹਿਬ ਤੇ। ਸਾਨੂੰ ਇਸ ਤਰ੍ਹਾਂ ਲੱਗਿਆ ਕਿ ਜਦ ਜੇ ਭਾਜਪਾ ਦੀ ਸਰਕਾਰ ਬਣ ਜੇ, ਮੋਦੀ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਬਣ ਜਾਣ, ਕਿ ਜ਼ਰੂਰੀ ਗੱਲ ਇਹ ਬੰਦਾ ਕੁਝ ਕਰ ਸਕਦਾ, ਇਹਦੇ ਅੰਦਰ ਦਮ ਲੱਗਦਾ ਸਾਨੂੰ। ਪਰ ਉਹ ਜਿਹੜੀ ਸੀਗੀ ਇਹਦੀ ਭੜਕ ਉਹ ਹਵਾ ਵਾਲੀ ਉਹ ਸੀਗੀ ਤੇ ਮੋਦੀ ਸਾਹਿਬ ਜਾਂ ਪ੍ਰਧਾਨ ਮੰਤਰੀ ਬਣੇ। पंजाब न्यूज़ देख रहे सारे ही देश के दर्शकों का मैं हरजीत कौर स्वागत कर। दर्शकों, किसान मजदूर संघर्ष कमेटी ते मौजूद आ, जिथे साडे नाल एक वीर मौजूद ने। तुसीं देख सकते हो इन्हां दी टी-शर्ट दे उपर लिखिया होया 1 रैंक 1 पेंशन। साबका फौजी ने ते गलबात कर लेने इन्हां नाल, क्योंकि अज भी ये अपने को भी लड़ाई लड़ रहे हैं ते किसानी अंदोलन लिए भी लड़ाई लड़ रहे हैं। गलबात करके सारा आपां जाणांगे कि इन्हां दी लड़ाई है, क्यों ये 1 रैंक पेंशन ते भी लड़ रहे हैं। गलबात करन तो पहला असीं फतेह दी सांझ जरूर पावांगे। वाहिगुरू जी का खालसा, वाहिगुरू जी की फतेह। मैं दफेदार हरजिंदर सिंह खैरा, ਪ੍ਰੈਸ ਸੈਕਟਰੀ ਸੇਵਾ ਪੰਜਾਬ। ਸੇਵਾ ਪੰਜਾਬ ਪੰਜਾਬ ਦੇ ਵਿੱਚ ਇੱਕ ਸਾਬਕਾ ਫੌਜੀਆਂ ਦੀ ਗੈਰ ਪੋਲੀਟੀਕਲ ਸੰਸਥਾ ਹੈ, ਜੋ ਕਿ 2008 ਤੋਂ 1 ਰੈਂਕ 1 ਪੈਨਸ਼ਨ ਅਤੇ ਹੋਰ ਜੋ ਸੈਨਿਕ ਮੁੱਦੇ ਨੇ ਸਾਡੇ, ਉਹਨਾਂ ਤੇ ਅਸੀਂ ਸੰਘਰਸ਼ ਕਰ ਰਹੇ ਹਾਂ। ਮੇਰੇ ਪ੍ਰਧਾਨ ਕਰਨਲ ਕੁਲਦੀਪ ਸਿੰਘ ਗਰੇਵਾਲ ਸਾਹਿਬ ਨੇ ਤੇ ਉਹਨਾਂ ਦੀ ਅਗਵਾਈ ਦੇ ਵਿੱਚ ਸਾਡੀ ਸੰਸਥਾ ਨੇ ਵਾਰ ਵਿਡੋ ਦੀ ਲੜਾਈ ਲੜੀ ਆ ਤੇ ਜਿੱਤੀ ਆ ਪੰਜਾਬ ਦੇ ਵਿੱਚ। ਤੁਹਾਨੂੰ ਧਿਆਨ ਹੋਊਗਾ ਮੀਡੀਆ ਵਾਲੇ ਵੀਰਾਂ ਨੂੰ ਕਿ ਪੰਜਾਬ ਦੇ ਵਿੱਚ ਇੱਕ ਅੰਦੋਲਨ ਚੱਲਿਆ ਸੀਗਾ ਪਿੱਛੇ ਜੇ 2 ਸਾਲ ਪਹਿਲਾਂ 3 ਸਾਲ ਪਹਿਲਾਂ ਜੰਗੀ ਵਿਧਵਾਵਾਂ ਦਾ। ਉਹ ਧਰਨਾ, ਉਹ ਰੋਸ ਪ੍ਰਦਰਸ਼ਨ ਜੋ ਵੀ ਸੀਗਾ, ਉਹ ਸਾਡਾ ਸੰਘਰਸ਼ ਸੀਗਾ। ਅਸੀਂ ਉਹਨਾਂ ਪਰਿਵਾਰਾਂ ਵਾਸਤੇ ਲੜੇ ਤੇ ਅਸੀਂ ਬਾਦਲ ਸਾਹਿਬ ਤੋਂ ਲੜਾਈ ਜਿੱਤੀ ਆ। ਤੇ ਜਿਹੜਾ ਪਰਿਵਾਰਾਂ ਨੂੰ 50-50 ਸਾਲ ਹੋ ਗਏ ਸੀਗੇ, 1962, 1965 ਤੇ 1971 ਦੇ ਸ਼ਹੀਦ ਪਰਿਵਾਰ, 161 ਫੈਮਿਲੀ, 161 ਫੈਮਿਲੀ ਪਰਿਵਾਰ ਐਸੇ ਨੇ ਪੰਜਾਬ ਦੇ ਵਿੱਚ, ਜੋ 1976 ਦੇ ਵਿੱਚ ਉਹਨਾਂ ਨੂੰ 10-10 ਏਕੜ ਜ਼ਮੀਨ ਮਿਲਣੀ ਸੀਗੀ, ਉਹ ਕਿਸੇ ਕਾਰਨ ਕਰਕੇ ਖੁੰਝ ਗਏ। ਇਹ ਸਮਝ ਲਓ ਕਿ ਉਹ ਅਨਪੜ੍ਹ ਸੀਗੇ ਪਰਿਵਾਰ, ਉਹ ਗਰੀਬ ਸੀਗੇ, ਉਹ ਕੁਛ ਕਿਸੇ ਵੀ ਕਾਰਨ ਕਰਕੇ ਉਹ ਰਹਿ ਗਏ ਸੀਗੇ, ਸਮੇਂ ਸਿਰ ਅਪਲਾਈ ਨਹੀਂ ਕਰ ਪਾਏ। ਉਸ ਤੋਂ ਬਾਅਦ ਸਰਕਾਰਾਂ ਦੇ 50 ਸਾਲ ਉਹਨਾਂ ਪਰਿਵਾਰਾਂ ਨੇ ਚੱਕਰ ਕੱਟੇ ਨੇ। ਅਖੀਰ ਦੇ ਵਿੱਚ ਉਹ ਮੁੱਦਾ ਮੇਰੇ ਧਿਆਨ 'ਚ ਆਇਆ ਸੀਗਾ, ਕਿਉਂਕਿ ਮੈਂ ਆਰਟੀਕਲ ਅਖਬਾਰਾਂ ਦੇ ਵਿੱਚ ਲਿਖਦਾ ਸ਼ਹੀਦਾਂ ਦੇ ਉੱਤੇ ਜਾਂ ਹੋਰ ਸਾਡੇ ਦੇਸ਼ ਦੇ ਜੋ ਵੀ ਮਸਲੇ ਨੇ। ਪਰਿਵਾਰਾਂ ਨੇ ਮੇਰੇ ਨਾਲ ਸੰਪਰਕ ਕੀਤਾ, ਮੈਂ ਉਹਨਾਂ ਦਾ ਕੇਸ ਸਟੱਡੀ ਕੀਤਾ। ਜਿੰਨਾ ਕਿ ਮੈਨੂੰ ਸਮਝ ਆਈ, ਮੈਂ ਸਾਡੇ ਪ੍ਰਧਾਨ ਕਰਨਲ ਕੁਲਦੀਪ ਸਿੰਘ ਗਰੇਵਾਲ ਸਾਹਿਬ ਕੋਲ ਉਹ ਕੇਸ ਭੇਜਿਆ ਤੇ ਉਹ ਕੇਸ ਸਟੱਡੀ ਕਰਨ ਤੋਂ ਬਾਅਦ ਸਾਨੂੰ ਲੱਗਿਆ ਕਿ ਇਹਨਾਂ ਦੀ ਸਾਨੂੰ ਮਦਦ ਕਰਨੀ ਚਾਹੀਦੀ ਆ। ਇੰਨਾ ਹੀ ਫਰਕ ਆ ਕਿ ਅਸੀਂ ਦੇਸ਼ ਦੀ ਸੇਵਾ ਕਰਕੇ 24-24 ਸਾਲ ਕਰਕੇ ਅਸੀਂ ਜਿਉਂਦੇ ਵਾਪਸ ਆ ਗਏ। ਉਹ ਸਾਡੇ ਸਾਥੀ ਤੇ ਉਹ ਸਾਡੇ ਬਜ਼ੁਰਗ ਤੇ ਉਹ ਤਿਰੰਗੇ 'ਚ ਪੈਕ ਹੋ ਕੇ ਆ ਗਏ। ਉਸ ਤੋਂ ਬਾਅਦ 50 ਸਾਲ ਦੇ ਵਿੱਚ ਕਿਸੇ ਵੀ ਸਰਕਾਰ ਨੇ, ਕਈ ਸਰਕਾਰਾਂ ਆਈਆਂ, ਕਈ ਗਈਆਂ, ਕਿਸੇ ਵੀ ਸਰਕਾਰ ਨੇ ਉਹਨਾਂ ਦਾ ਮੁੱਦਾ ਹੱਲ ਨਹੀਂ ਕੀਤਾ, ਕਿਸੇ ਨੇ ਉਹਨਾਂ ਵੱਲ ਧਿਆਨ ਨਹੀਂ ਦਿੱਤਾ। ਤੇ ਜਦ ਅਸੀਂ ਇਹ ਲੜਾਈ ਸ਼ੁਰੂ ਕੀਤੀ, ਪਟਿਆਲਾ DC ਦਫ਼ਤਰ 7-8 ਮਹੀਨੇ ਧਰਨਾ ਲਾ ਕੇ ਰੱਖਿਆ। ਉਸ ਤੋਂ ਬਾਅਦ CM ਹਾਊਸ ਚੰਡੀਗੜ੍ਹ ਅਸੀਂ ਇਹ ਸੰਘਰਸ਼ ਲੜਿਆ ਤੇ ਜਿੱਤਿਆ। ਕੀ ਲੱਗਦਾ ਕਿ ਆਪਣੀ ਹੀ ਸਰਕਾਰ ਦੇ ਖਿਲਾਫ ਅਸੀਂ ਅੰਦੋਲਨ ਕਰ ਰਹੇ ਹਾਂ, ਲੜਾਈਆਂ ਲੜ ਰਹੇ ਹਾਂ। ਹਾਲਾਂਕਿ ਜਿਹੜਾ ਇੱਕ ਫੌਜੀ ਦੀ ਗੱਲ ਕਰਦੇ, ਜਿਹੜਾ ਕਿ ਆਪਣੀ ਪੂਰੀ ਜ਼ਿੰਦਗੀ ਇਸ ਦੇਸ਼ ਦੇ ਲੇਖੇ ਲਾ ਦਿੰਦਾ ਹੈਗਾ, ਤੇ ਜਦੋਂ ਉਹ ਪੈਨਸ਼ਨ ਆ ਜਾਂਦਾ ਤਾਂ ਉਹਨਾਂ ਨੂੰ ਕੁਝ ਵੀ ਨਹੀਂ ਸਮਝਿਆ ਜਾਂਦਾ, ਉਹਨਾਂ ਨੂੰ ਕੋਈ ਭਾਰਤ ਦਾ ਨਾਗਰਿਕ ਤੱਕ ਨਹੀਂ ਸਮਝਿਆ ਜਾਂਦਾ। ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜਾ ਇਹ ਰਵੱਈਆ ਅਪਣਾਇਆ ਜਾ ਰਿਹਾ? ਬੇਟੇ ਅਸੀਂ ਇਹ ਕਦੇ ਸੋਚਿਆ ਹੀ ਨਹੀਂ ਸੀਗਾ। ਸਾਡੇ ਦਿਲ ਦੇ ਵਿੱਚ ਇੱਕੋ ਗੱਲ ਸੀਗੀ ਕਿ ਜਦ ਅਸੀਂ ਪੈਨਸ਼ਨ ਜਾਵਾਂਗੇ ਤੇ ਅਸੀਂ ਆਪਣੀ ਜਿਹੜੀ ਜ਼ਿੰਦਗੀ ਆਪਣੇ ਪਰਿਵਾਰਾਂ ਦੇ ਵਿੱਚ ਬਹਿ ਕੇ ਆਪਣੇ ਬਾਲ ਬੱਚਿਆਂ ਨੂੰ ਪੜ੍ਹਾਵਾਂਗੇ, ਮਾਂ-ਬਾਪ ਦੀ ਸੇਵਾ ਕਰਾਂਗੇ ਤੇ ਅਸੀਂ ਆਪਣੇ ਜਿਹੜੇ ਲਾਈਫ ਹੈ ਜਿਹੜੀ ਅਸੀਂ ਇੱਕ ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਬਿਤਾਉਣਾ ਚਾਹੁੰਦੇ ਸੀਗੇ। ਜਦ ਤੋਂ 6ਵਾਂ ਤਨਖਾਹ ਕਮਿਸ਼ਨ ਆਊਟ ਹੋਇਆ UPA 1 ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸਮੇਂ, ਉਸ 6ਵੇਂ ਤਨਖਾਹ ਕਮਿਸ਼ਨ ਨੇ, ਜਿਵੇਂ ਅੱਜ ਕਿਸਾਨੀ ਅੰਦੋਲਨ ਚੱਲ ਰਿਹਾ, ਕਿਸਾਨਾਂ ਦੇ ਸਾਹ ਸੁੱਤੇ ਗਏ ਨੇ। ਇਹ ਜੋ 3 ਕਾਨੂੰਨ ਮੋਦੀ ਸਰਕਾਰ ਨੇ ਲਾਗੂ ਕੀਤੇ ਨੇ, ਇਹ ਕਿਸਾਨਾਂ ਦੇ ਗਲ ਦੇ ਵਿੱਚ ਫੰਦਾ ਪਾਤਾ ਫਾਂਸੀ ਦਾ। ਇਸੇ ਤਰ੍ਹਾਂ ਹੀ 6ਵੇਂ ਤਨਖਾਹ ਕਮਿਸ਼ਨ ਨੇ ਜਵਾਨਾਂ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਸੀਗਾ। ਮੈਂ
ਉਹਦੇ ਵਿੱਚ ਸੈਨਿਕਾਂ ਦੇ ਵਿੱਚ ਇੰਨਾ ਭੇਦਭਾਵ ਸਾਡੀ ਪੈਨਸ਼ਨ ਦੇ ਵਿੱਚ ਇੰਨੇ ਵਿਤਕਰੇ ਕਰਤੇ ਸੀਗੇ ਕਿ ਅਸੀਂ ਹੈਰਾਨ ਹੋ ਗਏ ਸੀਗੇ ਜਦ ਅਸੀਂ ਉਹ ਰਿਪੋਰਟਾਂ ਪੜ੍ਹੀਆਂ ਕਿ ਸਾਡੇ ਨਾਲ ਇੰਨਾ ਵਿਤਕਰਾ। 6ਵਾਂ ਤਨਖਾਹ ਕਮਿਸ਼ਨ ਜੋ ਫੌਜ ਵਾਸਤੇ ਲਾਗੂ ਸੀਗਾ ਉਹਦੇ ਵਿੱਚ ਜੋ ਸਿਵਲ ਦੇ ਲੋਕ ਸੀਗੇ ਕੇਂਦਰ ਦੇ ਕਰਮਚਾਰੀ ਉਹਨਾਂ ਨਾਲੋਂ ਜ਼ਮੀਨ ਅਸਮਾਨ ਦਾ ਪਾੜਾ ਸੀਗਾ ਸਾਡਾ। ਤੇ ਇਸ ਕਰਕੇ ਬੰਧਨ ਅਗਮਨ ਪੈਨਸ਼ਨ ਦੀ ਚਿੰਗਾਰੀ ਪਹਿਲਾਂ ਸੁਲਗ ਰਹੀ ਸੀਗੀ, ਲਗਭਗ 48 ਸਾਲ ਹੋ ਗਏ ਨੇ ਸਾਡੇ ਬੰਧਨ ਅਗਮਨ ਪੈਨਸ਼ਨ ਦੀ ਡਿਮਾਂਡ ਨੂੰ। ਉਹਨੇ ਕੀ ਕੀਤਾ, ਚਿੰਗਾਰੀ ਨੂੰ ਇੱਕ ਹਵਾ ਦਿੱਤੀ, ਭਾਂਬੜ ਬਣ ਗਿਆ ਬੰਧਨ ਅਗਮਨ ਪੈਨਸ਼ਨ। ਅਸੀਂ ਦਿੱਲੀ ਜੰਤਰ ਮੰਤਰ ਤੇ ਇਕੱਠੇ ਹੋਏ, ਦੇਸ਼ ਭਰ ਦੀਆਂ ਜੋ ਫੌਜੀ ਸੈਨਿਕ ਸੰਸਥਾਵਾਂ ਸੀਗੀਆਂ ਉਹ ਇਕੱਠੇ ਹੋਏ, ਕੁਝ ਨਵੀਆਂ ਸੰਸਥਾਵਾਂ ਬਣੀਆਂ, ਕੁਝ ਪੁਰਾਣੀਆਂ ਸੰਸਥਾਵਾਂ ਚੱਲਦੀਆਂ ਸੀਗੀਆਂ। ਅਸੀਂ 6ਵੇਂ ਤਨਖਾਹ ਕਮਿਸ਼ਨ ਦੇ ਖਿਲਾਫ ਮਨਮੋਹਨ ਸਿੰਘ ਸਰਕਾਰ ਸਮੇਂ ਕੇਂਦਰ ਸਰਕਾਰ ਦੇ ਖਿਲਾਫ ਅਸੀਂ ਮੋਰਚਾ ਖੋਲ੍ਹਿਆ, ਅਸੀਂ ਲੜੇ। ਉਸ ਤੋਂ ਬਾਅਦ UPA 2 ਆਈ। ਦੇਸ਼ ਦੀ ਰਾਸ਼ਟਰਪਤੀ ਜੋ ਕਿ ਤਿੰਨੇ ਸੈਨਾ ਦਾ ਸਭ ਤੋਂ ਵੱਡਾ ਮੁਖੀ ਹੁੰਦਾ ਸਾਡਾ ਰਾਸ਼ਟਰਪਤੀ ਜੀ, ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀਗਾ ਉਸ ਟਾਈਮ ਸ਼੍ਰੀਮਤੀ ਪ੍ਰਤਿਭਾ ਪਾਟਿਲ ਜੀ ਨੇ। ਜਦ UPA 2 ਸਰਕਾਰ ਬਣੀ, ਪ੍ਰਤਿਭਾ ਪਾਟਿਲ ਜੀ ਨੇ ਕਿਹਾ ਕਿ 100 ਦਿਨ ਦੇ ਵਿੱਚ ਬੰਧਨ ਅਗਮਨ ਪੈਨਸ਼ਨ ਲਾਗੂ ਕੀਤੀ ਜਾਊਗੀ, ਸਾਬਕਾ ਫੌਜੀਆਂ ਨੂੰ ਬੰਧਨ ਅਗਮਨ ਪੈਨਸ਼ਨ ਦਿੱਤਾ ਜਾਊਗਾ। ਲੇਕਿਨ ਅਸੀਂ 100 ਦਿਨ ਡੀਕਦੇ ਉਹ ਸਮਾਂ ਨਹੀਂ ਆਇਆ। ਉਸ ਤੋਂ ਬਾਅਦ ਰਵਾੜੀ ਦੇ ਵਿੱਚ ਇੱਕ ਬਹੁਤ ਵੱਡੀ ਰੈਲੀ ਨਰਿੰਦਰ ਮੋਦੀ ਜੀ ਨੇ ਕੀਤੀ ਸਾਬਕਾ ਫੌਜੀਆਂ ਦੀ, ਜਿਸ ਦੇ ਵਿੱਚ 10 ਲੱਖ ਸੈਨਿਕ ਹਰਿਆਣੇ ਦੇ ਵਿੱਚ ਇਕੱਠਾ ਹੋਇਆ ਤੇ ਮੋਦੀ ਨੇ ਸਾਡੇ ਕੋਲੇ ਅੱਖਾਂ 'ਚੋਂ ਹੰਝੂ ਕਰਾ ਕੇ ਮੋਦੀ ਨੇ ਰੋਇਆ ਸਾਡੇ ਕੋਲੇ। ਮੋਦੀ ਤੋਂ ਇਹ ਕਹਿੰਦਾ ਮੈਂ ਦੇਸ਼ ਦੇ ਜਵਾਨ ਨੂੰ ਸੜਕਾਂ ਤੇ ਰੁਲਦਾ ਨਹੀਂ ਦੇ ਸਕਦਾ, ਕਿਉਂਕਿ ਜਵਾਨ ਹੈ ਜੋ ਉਹਦੀ ਬਹੁਤ ਵੱਡੀ ਕੁਰਬਾਨੀ ਹੁੰਦੀ ਆ, ਉਹਦੇ ਪਰਿਵਾਰ ਦੀ ਵੀ ਕੁਰਬਾਨੀ ਹੁੰਦੀ ਆ। ਤੇ ਅਸੀਂ ਵਿਸ਼ਵਾਸ ਕੀਤਾ ਮੋਦੀ ਸਾਹਿਬ ਤੇ। ਸਾਨੂੰ ਇਸ ਤਰ੍ਹਾਂ ਲੱਗਿਆ ਕਿ ਜਦ ਜੇ ਭਾਜਪਾ ਦੀ ਸਰਕਾਰ ਬਣ ਜੇ, ਮੋਦੀ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਬਣ ਜਾਣ, ਕਿ ਜ਼ਰੂਰੀ ਗੱਲ ਇਹ ਬੰਦਾ ਕੁਝ ਕਰ ਸਕਦਾ, ਇਹਦੇ ਅੰਦਰ ਦਮ ਲੱਗਦਾ ਸਾਨੂੰ। ਪਰ ਉਹ ਜਿਹੜੀ ਸੀਗੀ ਇਹਦੀ ਭੜਕ ਉਹ ਹਵਾ ਵਾਲੀ ਉਹ ਸੀਗੀ। ਤੇ ਮੋਦੀ ਸਾਹਿਬ ਜਦ ਪ੍ਰਧਾਨ ਮੰਤਰੀ ਬਣੇ, ਇਹਨਾਂ ਨੇ ਇਹ ਕਿਹਾ ਸੀਗਾ ਵੀ ਸਭ ਤੋਂ ਪਹਿਲਾਂ ਮੈਂ ਬੰਧਨ ਅਗਮਨ ਪੈਨਸ਼ਨ ਦੇਵਾਂਗਾ। ਲੇਕਿਨ 3 ਸਾਲ ਨਿਕਲ ਗਏ, ਅਸੀਂ 3 ਸਾਲ ਮੋਦੀ ਸਾਹਿਬ ਨੂੰ ਚਿੱਠੀ ਤੱਕ ਨਹੀਂ ਲਿਖੀ। ਅਸੀਂ ਇਹਨਾਂ ਨੂੰ ਇਹਨਾਂ ਦਾ ਵਾਅਦਾ ਵੀ ਯਾਦ ਨਹੀਂ ਕਰਾਇਆ ਕਿ ਮੋਦੀ ਸਾਹਿਬ ਤੁਸੀਂ ਵਾਅਦਾ ਕੀਤਾ ਸੀਗਾ ਰਵਾੜੀ ਹਰਿਆਣਾ ਦੀ ਰੈਲੀ ਦੇ ਵਿੱਚ ਬੰਧਨ ਅਗਮਨ ਪੈਨਸ਼ਨ ਦਾ, 3 ਸਾਲ ਹੋ ਗਏ ਤੁਸੀਂ ਸਾਨੂੰ ਪੁੱਛਿਆ ਹੀ ਨਹੀਂ। ਅਸੀਂ ਚਿੱਠੀ ਨਹੀਂ ਲਿਖੀ, ਅਸੀਂ ਇਹਨਾਂ ਨਾਲ ਗੱਲ ਵੀ ਨਹੀਂ ਕੀਤੀ, ਸਬਰ ਕੀਤਾ। ਲੇਕਿਨ 3 ਸਾਲ ਤੋਂ ਬਾਅਦ ਸਾਡਾ ਸਬਰ ਟੁੱਟਿਆ। ਅਸੀਂ ਮੋਦੀ ਸਾਹਿਬ ਨਾਲ ਗੱਲ ਕੀਤੀ, ਸਰਕਾਰ ਨੂੰ ਚਿੱਠੀਆਂ ਲਿਖੀਆਂ ਵੀ ਸਾਡਾ ਮੁੱਦਾ ਸੀਗਾ ਜੀ, ਸਾਡੇ ਵੱਲ ਵੀ ਧਿਆਨ ਦਿਓ, ਅਸੀਂ ਵੀ ਵੋਟਾਂ ਪਾਈਆਂ ਨੇ, ਅਸੀਂ ਵੀ ਦੇਸ਼ ਦਾ ਪ੍ਰਧਾਨ ਮੰਤਰੀ ਚੁਣਿਆ, ਅਸੀਂ ਵੀ ਦੇਸ਼ ਦੇ ਨਾਗਰਿਕ ਹਾਂ, ਸਾਡੇ ਵੀ ਪਰਿਵਾਰ ਨੇ। ਤਾਂ ਜੀ ਮੋਦੀ ਸਾਹਿਬ ਨੇ ਸਾਡੇ ਨਾਲ ਕੋਈ ਗੱਲ, ਸਾਨੂੰ ਜਿਹੜਾ ਰਿਸਪੌਂਸ ਆ ਭਾਰਤ ਸਰਕਾਰ ਵੱਲੋਂ ਸਹੀ ਨਹੀਂ ਮਿਲਿਆ। ਉਸ ਤੋਂ ਬਾਅਦ ਅਸੀਂ ਬੰਧਨ ਅਗਮਨ ਪੈਨਸ਼ਨ ਦੇ ਖਿਲਾਫ ਜੋ ਪਹਿਲਾਂ ਚਿੰਗਾਰੀ ਸੁਲਗਦੀ ਸੀਗੀ 2008 ਤੋਂ, ਉਹ ਭਾਂਬੜ ਬਣੀ। ਮੋਦੀ ਖਿਲਾਫ ਸਾਡਾ ਗੁੱਸਾ ਫੁੱਟਿਆ। ਅਸੀਂ ਜੰਤਰ ਮੰਤਰ ਤੇ ਸ਼ਾਂਤਮਈ ਤਰੀਕੇ ਦੇ ਵਿੱਚ ਰਹਿੰਦੇ ਹੋਏ, ਬਹੁਤ ਹੀ ਅਨੁਸ਼ਾਸਨਕ ਤਰੀਕੇ ਦੇ ਨਾਲ ਅਸੀਂ ਦੇਸ਼ ਦੀ ਪ੍ਰਾਪਰਟੀ ਨੂੰ ਲਾਸ ਨਹੀਂ ਕੀਤਾ, ਅਸੀਂ ਦੇਸ਼ ਦੀ ਪਬਲਿਕ ਨੂੰ ਪਰੇਸ਼ਾਨ ਨਹੀਂ ਕੀਤਾ। ਅਸੀਂ ਭੁੱਖੇ, ਅਸੀਂ ਮਰਨ ਵਰਤ ਤੇ ਜੰਤਰ ਮੰਤਰ ਤੇ ਬੈਠੇ ਰਹੇ ਜੀ। ਅਖੀਰ ਦੇ ਵਿੱਚ ਸਾਡਾ ਪ੍ਰੈਸ਼ਰ, ਜਿਸ ਤਰ੍ਹਾਂ ਮੀਡੀਆ ਨੇ ਸਾਰਿਆਂ ਨੇ ਸਾਨੂੰ ਕਵਰ ਕੀਤਾ, ਅੱਜ ਕਿਸਾਨ ਅੰਦੋਲਨ ਜਿਵੇਂ ਚੱਲ ਰਿਹਾ, ਸਾਡਾ ਵੀ ਟੌਪ ਤੇ ਪਹੁੰਚਿਆ। ਫਿਰ 14 ਅਗਸਤ ਨੂੰ ਮੋਦੀ ਜੀ ਨੇ ਸਾਡੇ ਤੇ ਅਚਾਨਕ ਲਾਠੀਚਾਰਜ ਕੀਤਾ। ਉਸ ਟਾਈਮ ਸਾਡੇ 15 ਕੁ ਸੈਨਿਕ ਸੀਗੇ, ਬਜ਼ੁਰਗ ਪੂਰਵ ਸੈਨਿਕ ਜੋ ਸੀਗੇ, ਉਹਨਾਂ ਦੇ ਮੈਡਲ ਤੋੜੇ ਗਏ। ਜੋ ਲੇਡੀ ਸੀਗੀ ਸਾਡੇ ਇੱਕ ਮੇਜਰ ਸਾਹਿਬ ਦੀ ਵਾਈਫ ਨੇ, ਸੁਦੇਸ਼ ਮੈਡਮ ਜੀ ਨੇ, ਅੱਜ ਵੀ ਉਹ ਜੰਤਰ ਮੰਤਰ ਦੀ ਲੜਾਈ ਲੜ ਰਹੇ ਨੇ ਸਾਡੇ ਨਾਲ, ਤੇ ਉਹ ਕਿਸਾਨੀ ਅੰਦੋਲਨ ਦੇ ਵਿੱਚ ਵੀ ਨੇ। ਤਾਂ ਉਹਨਾਂ ਨੇ ਕੀ ਕੀਤਾ, ਲੇਡੀਜ਼ ਨਾਲ ਵੀ ਖਿੱਚਤੂ ਕੀਤੀ, ਸਾਡੇ ਧੱਕਾ ਮੁੱਕੀ, ਪੁਲਿਸ ਨੇ ਡੰਡਾ ਲਾਠੀਚਾਰਜ ਕੀਤਾ। ਉਸ ਤੋਂ ਬਾਅਦ 15 ਅਗਸਤ ਨੂੰ ਮੋਦੀ ਸਰਕਾਰ ਨੇ ਸੋਚਿਆ ਸੀਗਾ ਵੀ ਜਵਾਨਾਂ ਤੇ ਸਾਬਕਾ ਫੌਜੀਆਂ ਤੇ ਲਾਠੀਚਾਰਜ ਕਰ ਦਿਓ। ਜੋ ਕੱਲ੍ਹ ਨੂੰ 15 ਅਗਸਤ ਦਾ ਪ੍ਰੋਗਰਾਮ ਲਿਖਿਆ ਗਿਆ, ਉਹਦੇ ਵਿੱਚ ਫੌਜੀ ਨਹੀਂ ਆਉਣਗੇ। ਲੇਕਿਨ ਤੁਸੀਂ ਹੈਰਾਨ ਹੋਵੋਗੇ, ਜੰਤਰ ਮੰਤਰ ਸੁਬਾਹ ਕੀੜੀਆਂ ਵਾਂਗੂ ਉੱਥੇ ਫੌਜੀ ਫਿਰਦੇ ਸੀਗੇ। ਸਾਰੀਆਂ ਟ੍ਰੇਨਾਂ ਪੰਜਾਬ ਤੋਂ ਭਰ ਕੇ ਸਾਬਕਾ ਫੌਜੀਆਂ ਦੇ ਜੰਤਰ ਮੰਤਰ ਤੇ ਪਹੁੰਚੀਆਂ। ਅਸੀਂ ਫਿਰ ਆਪਦਾ ਟੈਂਟ ਲਾਏ, ਆਪਦਾ ਮੋਰਚਾ ਸਰ ਜਾਰੀ ਰੱਖਿਆ। ਜਿਸ ਤਰ੍ਹਾਂ ਇੱਥੇ ਹਮਲਾ ਕੀਤਾ ਸੀਗਾ ਇਹਨਾਂ ਨੇ, ਸਾਡੇ ਤੇ ਲਾਠੀਚਾਰਜ ਕੀਤਾ। ਅਨੁਸ਼ਾਸਨ ਦੇ ਵਿੱਚ ਬੈਠੇ ਹਾਂ, ਕੋਈ ਸੁਣਵਾਈ ਨਹੀਂ ਇਸ ਦੇਸ਼ ਦੇ ਵਿੱਚ, ਕੋਈ ਹਿਊਮਨ ਰਾਈਟਸ ਨਹੀਂ ਇੱਥੇ ਕੋਈ ਕੰਮ ਕਰਦਾ। ਸਰਕਾਰ ਜੋ ਕਰਦੀ ਆ, ਜਿਹਦੇ ਨਾਲ ਦਿਲ ਕਰਦਾ ਵਧੀਕੀ ਕਰਦੀ ਆ। ਅਸੀਂ ਬੰਧਨ ਅਗਮਨ ਪੈਨਸ਼ਨ ਦੀ ਲੜਾਈ, ਜਿਹੜੇ ਬਾਰਡਰਾਂ ਤੇ ਖੜੇ ਜਵਾਨਾਂ ਨੇ ਦੇਸ਼ ਦੀ ਰੱਖਿਆ ਕੀਤੀ, ਤਾਂ ਜੰਤਰ ਮੰਤਰ ਤੇ ਜਦੋਂ ਆਪਣੇ ਹੱਕ ਮੰਗਣ ਲਈ ਖੜੇ, ਵਨ ਰੈਂਕ ਵਨ ਪੈਨਸ਼ਨ ਦੀ ਗੱਲ ਕੀਤੀ ਤਾਂ ਲਾਠੀਆਂ ਖਾਧੀਆਂ। ਇਹਦਾ ਰਿਜ਼ਲਟ ਇਹ ਨਿਕਲਿਆ ਕਿ ਜੋ ਸਾਡੇ ਅੱਜ ਡਿਊਟੀ ਦੇ ਜਵਾਨ ਤੈਨਾਤ ਨੇ, ਪਾਕਿਸਤਾਨ ਨੇ ਕੀ ਕੀਤਾ ਸੀਗਾ ਉਸ ਟਾਈਮ, ਸਾਡੇ ਪੋਸਟਾਂ ਦੇ ਸਾਹਮਣੇ, ਜਿਵੇਂ ਸਾਹਮਣੇ ਪੋਸਟ ਆ ਦਿੱਲੀ ਪੁਲਿਸ ਦੀ, ਇੱਧਰ ਆਪਾਂ ਬੈਠੇ ਹਾਂ, ਸਾਡੇ ਸਾਹਮਣੇ ਪਾਕਿਸਤਾਨ ਨੇ ਉਰਦੂ 'ਚ, ਹਿੰਦੀ 'ਚ, ਅੰਗਰੇਜ਼ੀ 'ਚ ਤੇ ਪੰਜਾਬੀ 'ਚ ਲਿਖ ਕੇ ਬੈਨਰ ਲਾਤੇ ਸੀਗੇ ਵੱਡੇ ਵੱਡੇ ਕਿ ਹਮਸੇ ਜੋ ਟਕਰਾਏਗਾ ਉਹ ਜੰਤਰ ਮੰਤਰ 'ਤੇ ਜੁੱਤੇ ਖਾਏਗਾ। ਕਿੰਨੀ ਵੱਡੀ ਹੋਈ ਆ ਬੇਇੱਜ਼ਤੀ ਸਾਡੇ ਦੇਸ਼ ਦੀ, ਕਿੰਨੀ ਬੇਇੱਜ਼ਤੀ ਸਾਡੇ ਦੇਸ਼ ਦੀ ਕਰਵਾਈ ਆ ਮੋਦੀ ਸਰਕਾਰ ਨੇ ਪਾਕਿਸਤਾਨ ਤੋਂ।
ਪਾਕਿਸਤਾਨ ਵਾਲੇ ਸਾਨੂੰ ਲਲਕਾਰ ਰਹੇ ਨੇ ਵੀ ਤੁਸੀਂ ਸਾਡੇ ਨਾਲ ਲੜੋਗੇ, ਕਾਹਦੇ ਵਾਸਤੇ? ਤੁਸੀਂ ਤਾਂ ਜੰਤਰ ਮੰਤਰ ਦੀ ਜੁੱਤੀਆਂ ਖਾਣੀਆਂ ਨੇ ਨਾ। ਲੇਕਿਨ ਫਿਰ ਵੀ ਮੈਂ ਸਲੂਟ ਕਰਦਾ ਮੇਰੀ ਸੈਨਾ ਨੂੰ, ਦੇਸ਼ ਦੀ ਨੂੰ, ਮੇਰੇ ਦੇਸ਼ ਦੇ ਜਵਾਨਾਂ ਨੂੰ। ਸਾਡੇ ਜਵਾਨ ਨੇ ਜਿਹੜੇ ਅਨੁਸ਼ਾਸਨ ਦੇ ਵਿੱਚ ਰਹਿੰਦੇ ਹੋਏ ਉਹਨਾਂ ਨੇ ਆਪਣੀ ਡਿਊਟੀ ਬਰਕਰਾਰ ਰੱਖੀ। ਅਸੀਂ ਇੱਧਰ ਮੋਰਚੇ ਤੇ ਡਟੇ ਹੋਏ ਹਾਂ। ਕੱਲ੍ਹ ਵੀ ਸਾਡੀ ਤਰੀਕ ਸੀਗੀ, ਅੱਜ ਸਾਨੂੰ 2111 ਦਿਨ ਹੋ ਗਏ। ਅੱਜ 2111 ਦਿਨ ਹੋ ਗਏ ਸਾਨੂੰ ਰੋਸ ਪ੍ਰਦਰਸ਼ਨ ਕਰਦਿਆਂ ਨੂੰ ਜੰਤਰ ਮੰਤਰ ਤੇ। ਕਦੇ ਅਸੀਂ ਸੁਪਰੀਮ ਕੋਰਟ ਜਾਂਦੇ ਹਾਂ, ਕਦੇ ਜੰਤਰ ਮੰਤਰ ਜਾਂਦੇ ਹਾਂ, ਕਦੇ ਪੰਜਾਬ 'ਚ ਰੈਲੀਆਂ ਕਰਦੇ ਹਾਂ, ਕਦੇ ਦੂਸਰੇ ਸਟੇਟਾਂ 'ਚ ਕਰਦੇ ਹਾਂ। ਅੱਜ ਤੱਕ ਤੁਹਾਨੂੰ ਵਨ ਰੈਂਕ ਵਨ ਪੈਨਸ਼ਨ ਦਾ ਕੋਈ ਅੱਗੇ ਮਤਲਬ ਕਹਿ ਸਕਦੇ ਕਿ ਅੱਜ ਕਿਸੇ ਨੇ ਭਰੋਸਾ ਨਹੀਂ ਦਿਵਾਇਆ ਕਿ ਅਸੀਂ ਦੇਵਾਂਗੇ? ਨਹੀਂ ਜੀ, ਨਹੀਂ। ਸਾਡੇ ਨਾਲ ਜਿਸ ਤਰ੍ਹਾਂ ਅੱਜ ਕਿਸਾਨਾਂ ਨਾਲ ਨਹੀਂ ਮੋਦੀ ਗੱਲ ਕਰ ਰਿਹਾ, ਇਹ ਸਾਡੇ ਨਾਲ ਵੀ ਕੋਈ ਗੱਲ ਨਹੀਂ ਕਰ ਰਿਹਾ। ਸਾਡਾ ਕੇਸ ਸੁਪਰੀਮ ਕੋਰਟ ਦੇ ਵਿੱਚ ਆ, ਸਾਡੇ ਕੇਸ ਤੇ ਸਾਰੀ ਬਹਿਸ ਹੋ ਚੁੱਕੀ ਆ। ਜੈਸ ਜਾਂ ਨੋ ਤੇ ਜਿਹੜੀ ਗੱਲ ਹੁੰਦੀ ਆ ਖੜੀ ਆ, ਸੁਪਰੀਮ ਕੋਰਟ ਨੇ ਫੈਸਲਾ ਸੁਣਾਉਣਾ। ਸਿਰਫ ਡਿਸਕਸ ਜੋ ਹੋਣੀ ਸੀਗੀ ਉਹ ਹੋ ਚੁੱਕੀ ਆ। ਜੋ ਮਨਮੋਹਨ ਸਿੰਘ ਸਰਕਾਰ ਨੇ ਕਮੇਟੀ ਬਣਾਈ ਸੀ, ਪਾਰਲੀਮੈਂਟਰੀ ਕਮੇਟੀ, ਉਹਦੇ ਮੁਤਾਬਕ ਸਾਡੀ ਵਨ ਰੈਂਕ ਵਨ ਪੈਨਸ਼ਨ ਆ ਜਿਹੜੀ ਸਾਡਾ ਹੱਕ ਬਣਦਾ। ਜੋ ਮੋਦੀ ਸਰਕਾਰ ਨੇ ਬਣਾਈ ਕਮੇਟੀ, ਇਹਦੇ ਮੁਤਾਬਕ ਵੀ ਪਾਰਲੀਮੈਂਟਰੀ ਕਮੇਟੀ ਦਾ ਇਹੀ ਫੈਸਲਾ ਕਿ ਵਨ ਰੈਂਕ ਵਨ ਪੈਨਸ਼ਨ ਦੀ ਆ ਪਰਿਭਾਸ਼ਾ ਇਹ ਲਾਗੂ ਕੀਤੀ ਜਾਵੇ। ਲੇਕਿਨ ਜੋ ਸਾਨੂੰ ਸਰਕਾਰ ਨੇ ਦਿੱਤੀ ਆ ਉਹ ਵਨ ਰੈਂਕ ਵਨ ਪੈਨਸ਼ਨ ਨਹੀਂ ਹੈਗੀ, ਉਹ ਵਨ ਰੈਂਕ 5 ਪੈਨਸ਼ਨ ਹੋਗੀ। 5 ਸਾਲ ਬਾਅਦ ਰਿਵਿਊ ਹੋਊਗੀ। ਅਸੀਂ ਸਰਕਾਰ ਨੂੰ ਇਹ ਕਹਿ ਰਹੇ ਵੀ ਹਰ ਸਾਲ ਰਿਵਿਊ ਕਰੋ। ਜੋ ਸਾਡੇ ਅੱਜ ਪੈਨਸ਼ਨ ਆ ਰਿਹਾ ਬੰਦਾ, ਪਿੱਛੇ ਵਾਲੇ ਦੇ ਬੰਦੇ ਦੀ ਉਹੀ ਪੈਨਸ਼ਨ ਹੋਣੀ ਚਾਹੀਦੀ, ਉਸ ਰੈਂਕ ਦੀ, ਸਰਵਿਸ ਆਫ ਲੈਂਥ ਇਹਦੇ ਮੁਤਾਬਕ ਤੇ ਰੈਂਕ ਦੇ ਮੁਤਾਬਕ। ਹੁਣ ਅਸੀਂ ਕੱਲ ਸੁਪਰੀਮ ਕੋਰਟ ਮੈਂ ਜਾ ਕੇ ਆਏ ਹਾਂ ਤੇ ਸਾਡਾ ਕੇਸ ਦੇਖੇ ਨਹੀਂ ਗਿਆ। ਸਾਡਾ 15ਵਾਂ ਨੰਬਰ ਸੀਗਾ, 14 ਕੇਸ ਸੁਪਰੀਮ ਕੋਰਟ ਨੇ ਦੇਖੇ ਨੇ। ਅਸੀਂ ਭੁੱਖੇ ਪਿਆਸੇ ਉੱਥੇ ਬਾਹਰ ਖੜੇ ਇੰਤਜ਼ਾਰ ਕਰਦੇ ਰਹੇ ਵੀ ਸ਼ਾਇਦ ਕੋਈ ਸਾਨੂੰ ਗੁੱਡ ਨਿਊਜ਼ ਮਿਲੂਗੀ। ਅਸੀਂ ਦੱਸਾਂਗੇ ਦੇਸ਼ ਵਾਸੀਆਂ ਨੂੰ ਕਿ ਮੋਦੀ ਸਰਕਾਰ ਨੇ ਸਾਨੂੰ ਵਨ ਰੈਂਕ ਵਨ ਪੈਨਸ਼ਨ ਨਹੀਂ ਦਿੱਤੀ ਸੀਗੀ। ਮਾਣਯੋਗ ਸੁਪਰੀਮ ਕੋਰਟ ਜੀ ਨੇ ਸਾਡੀ ਅਪੀਲ ਸੀਗੀ ਉਹ ਸੁਣੀ ਆ, ਬਟ ਐਸਾ ਨਹੀਂ ਹੋਇਆ। ਹੁਣ ਨੈਕਸਟ ਸਾਡੀ ਤਰੀਕ ਫਿਰ 7 ਅਪ੍ਰੈਲ ਪਈ ਆ। ਤੁਹਾਨੂੰ ਲੱਗਦਾ ਕਿ ਲੋਕਤੰਤਰ ਦਾ ਵਿਘਾਣ ਹੋ ਰਿਹਾ ਹੈਗਾ? ਕਿਉਂਕਿ ਸੁਪਰੀਮ ਕੋਰਟ ਦੀ ਜਿੱਥੇ ਅਸੀਂ ਗੱਲ ਕਰਦੇ ਹਾਂ, ਜਿਹੜੀ ਕਿ ਇੱਕ ਸਰਵਉੱਚ ਅਦਾਲਤ ਹੁੰਦੀ ਹੈ, ਜਿਹੜੀ ਕਿ ਲੋਕਾਂ ਦੇ ਨਿਆਂ ਕਰਦੀ ਹੈਗੀ ਆ, ਤਾਂ ਉਹਦੇ ਤੋਂ ਵੀ ਜੇ ਕੋਈ ਉਮੀਦ ਨਾ ਸਾਡੀ ਮਿਲੇ, ਜਾਂ ਕਹਿ ਸਕਦੇ ਕਿ ਸਾਨੂੰ ਉਹਦੇ ਤੋਂ ਵੀ ਕੋਈ ਆਸਰਾ ਨਾ ਮਿਲੇ, ਤਾਂ ਕੀ ਲੱਗਦਾ ਕਿ ਦੇਸ਼ ਦੇ ਵਿੱਚ ਡਿਕਟੇਟਰਸ਼ਿਪ ਚੱਲ ਰਹੀ ਹੈ? ਇਸ ਦੇ ਵਿੱਚ ਤਾਂ ਕੋਈ ਸ਼ੱਕ ਨਹੀਂ। ਸਾਡੇ ਦੇਸ਼ ਦੇ ਵਿੱਚ ਲੋਕਤੰਤਰ ਕਹਿਣ ਨੂੰ ਆ, ਸਿਰਫ ਆਪਾਂ ਕਹਿ ਸਕਦੇ ਹਾਂ ਕਿ ਸਾਡਾ ਦੇਸ਼ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਆ। ਲੇਕਿਨ ਲੋਕਤੰਤਰ ਅਸਲ ਦੇ ਵਿੱਚ ਤਾਂ ਕਤਲ ਹੋ ਚੁੱਕਿਆ ਲੋਕਤੰਤਰ ਦਾ। ਇਹ ਮੋਦੀ ਸਰਕਾਰ ਨੇ ਆ ਕੇ ਬਿਲਕੁਲ ਗਲਾ ਦਬਾਤਾ ਇਸ ਦਾ। ਉਹ ਬੇਸ਼ੱਕ ਜੁਡੀਸ਼ਰੀ ਹੋਵੇ ਜਾਂ ਕੋਈ ਵੀ ਡਿਪਾਰਟਮੈਂਟ ਹੋਵੇ। ਹੁਣ ਆਪਾਂ ਦਿੱਲੀ ਦੇ ਵਿੱਚ ਦੇਖੀਏ, ਚੁਣੇ ਹੋਏ ਮੁੱਖ ਮੰਤਰੀ ਦੀਆਂ ਸਾਰੀਆਂ ਪਾਵਰਾਂ ਗਵਰਨਰ ਨੂੰ ਦਿੱਤੀਆਂ, ਲੈਫਟੀਨੈਂਟ ਗਵਰਨਰ। ਫਿਰ ਮੁੱਖ ਮੰਤਰੀ ਚੁਣਨ ਦੀ ਕੀ ਲੋੜ ਆ ਦਿੱਲੀ ਦੇ ਵਿੱਚ? ਕਿਉਂ ਮੁੱਖ ਮੰਤਰੀ ਚੁਣਿਆ ਗਿਆ? ਕਿਉਂ ਉਹਦੀ ਇਲੈਕਸ਼ਨ ਤੇ ਖਰਚਾ ਕੀਤਾ ਗਿਆ? ਕਿਉਂ ਉਹਨੂੰ ਤਨਖਾਹਾਂ ਭੱਤੇ ਦਿੱਤੇ ਗਏ? ਕਿਉਂ ਉਹਨੂੰ ਰਿਹਾਇਸ਼ ਦਿੱਤੀ ਗਈ ਫ੍ਰੀ ਦੇ ਵਿੱਚ? ਕਿਉਂ ਕੋਠੀਆਂ ਦਿੱਤੀਆਂ ਗਈਆਂ? ਕਿਉਂ ਪਾਣੀ ਦਿੱਤਾ ਗਿਆ? ਕਿਉਂ ਟੈਲੀਫੋਨ ਦਿੱਤਾ ਗਿਆ? ਤੇ ਇਹਦੇ ਨਾਲੋਂ ਚੰਗਾ ਫਿਰ ਉਹ ਲੈਫਟੀਨੈਂਟ ਗਵਰਨਰ ਸਾਹਿਬ ਹੈਗੇ ਨੇ, ਤੇ ਲੈਫਟੀਨੈਂਟ ਗਵਰਨਰ ਸਾਹਿਬ ਜੋ ਕੰਮ ਕਰ ਰਹੇ ਨੇ ਉਹਨਾਂ ਨੂੰ ਕਰਨ ਦਿਓ। ਇਹ ਕਾਹਦੇ ਵਾਸਤੇ ਵਿੱਚ ਐਮਐਲਏ ਚੁਣਨ ਦਾ ਕੋਈ ਮਤਲਬ ਹੀ ਨਹੀਂ। ਮੈਂ ਤਾਂ ਇਹ ਚੀਜ਼ ਦੇ ਵੀ ਖਿਲਾਫ ਹਾਂ ਜਿਹੜਾ ਲੋਕ ਕਹਿੰਦੇ ਨੇ ਜੀ ਚੇਅਰਮੈਨ ਦਾ ਮਤਲਬ ਹੁੰਦਾ ਅਨਪੜ੍ਹ ਅੰਗੂਠਾ ਛਾਪ, ਹਾਰਿਆ ਹੋਇਆ ਪੋਲੀਟੀਸ਼ੀਅਨ। ਉਹ ਕੀ ਹੁੰਦਾ? ਡਿਪਾਰਟਮੈਂਟ ਦਾ ਚੇਅਰਮੈਨ। ਕਿਹਦੇ ਉੱਪਰ? ਡਾਇਰੈਕਟਰ ਦੇ ਉੱਪਰ। ਇੱਕ ਡਾਇਰੈਕਟਰ ਬਣਨ ਵਾਸਤੇ ਦੇਖੋ, ਇੱਕ ਡਾਇਰੈਕਟਰ ਦੀ ਕਿੰਨੀ ਸਰਵਿਸ ਹੁੰਦੀ ਆ। ਉਹ ਬਹੁਤ ਸੀਨੀਅਰ ਆਈਐਐਸ ਅਧਿਕਾਰੀ ਹੁੰਦਾ ਤੇ ਉਹਨੇ ਬਹੁਤ ਪੜ੍ਹਾਈਆਂ ਕੀਤੀਆਂ ਹੁੰਦੀਆਂ ਨੇ। ਲੇਕਿਨ ਉਹਦੇ ਉੱਪਰ ਕੌਣ ਲਗਾ ਦਿੱਤੇ ਜਾਂਦੇ ਨੇ? ਜੋ ਐਮਐਲਏ ਦੀ ਇਲੈਕਸ਼ਨ ਹਾਰ ਗਿਆ ਲੇਕਿਨ ਉਹਦੀ ਪਾਰਟੀ ਦੀ ਸਰਕਾਰ ਬਣ ਗਈ, ਉਹਨੂੰ ਖੁਸ਼ ਕਰਨ ਦੇ ਵਾਸਤੇ ਉਹ ਚੇਅਰਮੈਨ ਉੱਪਰ ਥੋਪ ਦਿੱਤਾ ਜਾਂਦਾ। ਤੇ ਇਹ ਚੇਅਰਮੈਨ ਦਾ ਜਾਂ ਇਸ ਤਰ੍ਹਾਂ ਦੀਆਂ ਪੋਸਟਾਂ ਨੇ ਜਿਹੜੀਆਂ ਇਹ ਸਾਡੇ ਦੇਸ਼ ਤੇ ਭਾਰ ਨੇ, ਇਹ ਖਤਮ ਹੋਣੀਆਂ ਚਾਹੀਦੀਆਂ ਨੇ। ਜਾਂ ਤਾਂ ਫਿਰ ਇਲੈਕਸ਼ਨ ਕਰਵਾ ਲਓ ਤੇ ਜਾਂ ਫਿਰ ਗਵਰਨਰੀ ਰਾਜ ਨਾਲ ਫਿਰ ਫੌਜੀ ਰਾਜ ਲਾ ਦੋ ਸਿੱਧਾ ਹੀ। ਲੋਕਤੰਤਰ ਹੈ ਕਿੱਥੇ ਆ? ਭਾਈ ਭਤੀਜਾ ਉਹਦੇ ਪਾਰਟੀਆਂ 'ਚ ਚੱਲਦਾ, ਦੂਸਰੇ ਕਿਸੇ ਬੰਦੇ ਦੀ ਸੁਣਵਾਈ ਨਹੀਂ ਹੋ ਰਹੀ। ਥਾਣੇ 'ਚ ਜਾਈਏ, ਥਾਣਿਆਂ ਦੇ ਇਹਨਾਂ ਨੇ ਅਲੱਗ ਤੋਂ ਹੀ ਥਾਪੇ ਹੋਏ ਨੇ ਆਪਦੇ ਅਹੁਦੇਦਾਰ। ਹਲਕਾ ਇੰਚਾਰਜ ਐਮਐਲਏ ਉਹ ਇੱਕ ਮੁਨਸ਼ੀ ਦਾ ਕੰਮ ਕਰ ਰਹੇ ਨੇ। ਕਚਹਿਰੀ 'ਚ ਚਲੇ ਜਾਈਏ, ਤਹਿਸੀਲਦਾਰ ਸਾਡੀ ਨਹੀਂ ਚੁਣਦਾ। ਕਿਉਂ? ਜਦ ਤੱਕ ਹਲਕਾ ਇੰਚਾਰਜ ਦਾ ਜਾਂ ਐਮਐਲਏ ਦਾ ਫੋਨ ਨਹੀਂ ਆਉਂਦਾ, ਤਹਿਸੀਲਦਾਰ ਸਾਡੀ ਸੁਣਵਾਈ ਨਹੀਂ ਕਰੂਗਾ। ਇਸੇ ਤਰ੍ਹਾਂ ਐਸਡੀਐਮ ਡੀਸੀ 'ਤੇ ਵੀ ਪ੍ਰੈਸ਼ਰ ਆ। ਹਰ ਜਗ੍ਹਾ ਜਦ ਇਹਨਾਂ ਨੇ ਪੋਲੀਟੀਸ਼ੀਅਨਾਂ ਨੇ ਆਪਦਾ ਪ੍ਰੈਸ਼ਰ ਬਣਾ ਰੱਖਿਆ ਤੇ ਲੋਕਤੰਤਰ ਰਹਿ ਕਿੱਥੇ ਗਿਆ? ਕੋਈ ਲੋਕਤੰਤਰ ਮੈਂ ਨਹੀਂ ਮੰਨਦਾ ਇਹ ਲੋਕਤੰਤਰ ਆ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਤੁਸੀਂ ਆਪਣੀ ਗੱਲ ਰੱਖੀ ਹੈਗੀ ਹੈ ਤਾਂ ਸਰਕਾਰ ਨੂੰ ਵੀ ਹੁਣ ਸੋਚਣਾ ਪਊਗਾ। ਮੈਂ ਇੱਕ ਹੋਰ ਕਹਿਣਾ ਚਾਹੁੰਦਾ ਇਹ ਗੱਲ। ਕੱਲ ਮੈਂ ਦਿੱਲੀ ਜੰਤਰ ਮੰਤਰ ਤੇ ਸੀਗਾ। ਇੱਥੇ ਮੇਰਾ 11ਵਾਂ ਚੱਕਰ ਹੈ ਅੱਜ। ਮੈਂ ਇਕੱਲਾ ਨਹੀਂ ਆਉਂਦਾ, ਮੈਂ ਵਨ ਮੈਨ ਆਰਮੀ ਨਹੀਂ ਆ। ਮੈਂ ਇੱਕ ਸੰਸਥਾ ਦਾ ਪ੍ਰੈਸ ਸੈਕਟਰੀ ਆ, ਅਹੁਦੇਦਾਰ ਹਾਂ। ਮੈਂ ਆਪਣੇ ਜਥਿਆਂ ਦੇ ਨਾਲ ਆਉਣਾ ਹੁੰਦਾ ਜੀ। 26 ਜਨਵਰੀ ਨੂੰ ਵੀ ਮੈਂ ਮੋਟਰਸਾਈਕਲਾਂ ਦਾ ਜਥਾ ਲੈ ਕੇ ਆਇਆ ਸੀਗਾ। 4 ਦਸੰਬਰ ਨੂੰ ਵੀ ਮੈਂ ਇੱਥੇ ਸੀਗਾ ਜਥੇ ਲੈ ਕੇ। ਉਸ ਤੋਂ ਬਾਅਦ ਪੰਜਾਬ ਚੋਂ ਮੈਂ ਜਥੇ ਬਹੁਤ ਭੇਜੇ ਨੇ ਫੌਜੀਆਂ ਦੇ। ਅੱਜ ਮੈਂ ਮੇਰੇ ਪਿੰਡ ਦੇ ਜੋ ਜਥਾ ਸੀਗਾ, ਮੇਰੀ ਉੱਥੇ ਟਰਨ ਪਈ ਡਿਊਟੀ ਲੱਗੀ ਪਿੰਡ ਵੱਲੋਂ, ਅੱਜ ਮੈਂ ਉਹਨਾਂ ਨਾਲ ਆਇਆ ਹੋਇਆ। ਮੈਂ ਇੱਕ ਪਾਸੇ ਜਵਾਨਾਂ ਦੀ ਲੜਾਈ ਲੜ ਰਿਹਾ ਤੇ ਅੱਜ ਮੈਂ ਕਿਸਾਨੀ ਅੰਦੋਲਨ ਦੇ ਵਿੱਚ ਵੀ ਪਿੱਛੇ ਨਹੀਂ ਆ। ਇਹ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਮੈਂ ਲੜ ਰਿਹਾ, ਕਿਉਂਕਿ ਕਿਸਾਨ ਕੌਣ ਹੈ? ਕਿਸਾਨ ਮੇਰਾ ਭਰਾ, ਕਿਸਾਨ ਮੇਰਾ ਪਿਓ ਆ, ਮੈਂ ਕਿਸਾਨ ਦਾ ਬੇਟਾ ਹਾਂ। ਅੱਜ ਦੇਖੋ ਇਹ ਕਿਸਾਨ ਬਜ਼ੁਰਗ ਬੈਠੇ ਨੇ,
ਉਹ ਸਾਹਮਣੇ ਜਵਾਨ ਇਹਨਾਂ ਨੇ ਖੜੇ ਕਰ ਰੱਖੇ ਨੇ। ਇਹ ਬਹੁਤ ਮਾੜੀ ਗੱਲ ਆ। ਇਹ ਉਹਨਾਂ ਦਾ ਵੀ ਇੱਕ ਮਨੁੱਖੀ ਅਧਿਕਾਰ ਹੋਣੇ ਚਾਹੀਦੇ ਨੇ ਨਾ। ਕਿਉਂ ਧੁੱਪੇ ਖੜਾ ਕੀਤਾ ਉਹਨਾਂ ਨੂੰ? ਵੀ ਇੱਥੇ ਕੋਈ ਗੋਲੀ ਚੱਲਦੀ ਆ ਜਾਂ ਇੱਥੇ ਦੁਸ਼ਮਣ ਬੈਠੇ ਨੇ? ਇਹ ਜੇ ਇਹ ਦੁਸ਼ਮਣ ਨੇ ਤਾਂ ਸਰਕਾਰ ਇਹਨਾਂ ਨਾਲ ਗੱਲ ਕਿਉਂ ਕਰ ਰਹੀ ਆ? ਕਿੰਨੀ ਵਾਰੀ ਸਾਡੀ ਕਿਸਾਨ ਲੀਡਰਸ਼ਿਪ ਨਾਲ ਭਾਰਤ ਸਰਕਾਰ ਨੇ ਗੱਲ ਕੀਤੀ ਆ, ਫਿਰ ਉਹ ਗੱਲ ਕਿਉਂ ਕੀਤੀ ਆ ਜੇ ਇਹ ਦੁਸ਼ਮਣ ਨੇ? ਕਦੇ ਇਹਨਾਂ ਨੂੰ ਅੰਤਕਵਾਦੀ, ਕਦੇ ਇਹਨਾਂ ਨੂੰ ਖਾਲਿਸਤਾਨੀ, ਕਦੇ ਇਹਨਾਂ ਨੂੰ ਮਾਓਵਾਦੀ। ਇਹ ਕਿਹੜਾ ਰੂਪ ਨਹੀਂ ਦਿੱਤਾ ਗਿਆ? ਇੱਕ ਪਾਸੇ ਸਰਕਾਰ ਇਹ ਡਰਾਮੇ ਕਰਦੀ ਆ, ਦੂਜੇ ਪਾਸੇ ਮੀਟਿੰਗਾਂ ਕਰਦੀ ਆ। ਉਹ ਜਵਾਨਾਂ ਤੋਂ CRP ਦੇ ਜਵਾਨ ਖੜੇ ਨੇ, ਉਹਨਾਂ ਦਾ ਦੋਸ਼ ਕੀ ਆ? ਉਹ ਭੁੱਖੇ ਖੜੇ ਨੇ ਵਿਚਾਰੇ, ਪਿਆਸੇ ਖੜੇ ਨੇ, ਗਰਮੀ 'ਚ ਖੜੇ ਨੇ। ਕਿਉਂਕਿ ਮੈਂ ਸਰਹੱਦਾਂ ਤੇ ਰਹਿ ਕੇ ਆਇਆ, ਮੈਨੂੰ ਪਤਾ ਜਿੱਥੇ ਤੈਨਾਤ ਹੋਣ ਦਾ ਕੋਈ ਏਮ ਹੋਣਾ ਚਾਹੀਦਾ ਸਾਡਾ। ਜਦੋਂ ਟ੍ਰੇਨਿੰਗ ਕਰਦੇ ਹੋਣ ਤਾਂ ਵੀ ਆਪਾਂ ਮੰਨਦੇ ਆ ਵੀ ਵਾਕਈ ਉਹ ਟ੍ਰੇਨਿੰਗ ਆ ਖੜੇ ਹੋਣ ਦੀ। ਤੇ ਜਾਂ ਫਿਰ ਦੁਸ਼ਮਣ ਦਾ ਇਸ ਤਰ੍ਹਾਂ ਦਾ ਹੋਵੇ ਕਿ ਸਾਨੂੰ ਉੱਥੋਂ ਮਿਲੀਟੈਂਸੀ ਦਾ ਖਤਰਾ, ਸਾਡੇ ਤੇ ਹਮਲਾ ਹੋ ਸਕਦਾ। ਇਹ ਤਾਂ ਸਾਰੇ ਕਿਸਾਨ ਬਜ਼ੁਰਗ ਬੈਠੇ ਨੇ, ਕੀ ਦਿੱਲੀ ਨੂੰ ਖਤਰਾ ਪੈ ਗਿਆ? ਆ ਕਿਸਾਨਾਂ ਨੇ ਤਾਂ ਇੱਥੇ ਤੱਕ ਤੁਸੀਂ ਦੇਖ ਸਕਦੇ ਹੋ, ਦੋਨੋਂ ਤਰਫ ਰੋਡ ਖੁੱਲ੍ਹੇ ਨੇ, ਹੈਵੀ ਵਹੀਕਲ ਨੇ, ਟਰਾਲੇ ਉਹ ਆ ਰਹੇ ਨੇ। ਲੇਕਿਨ ਜੇ ਰੋਡ ਬਲੌਕ ਕੀਤੇ ਹੋਏ ਨੇ, ਦਿੱਲੀ ਸਰਕਾਰ ਨੇ ਕੀਤੇ ਹੋਏ ਨੇ, ਮੋਦੀ ਨੇ ਕੀਤੇ ਹੋਏ ਨੇ। ਕਿਉਂ? ਅੱਜ ਕਿਸੇ ਨੇ ਦਿੱਲੀ ਜਾਣਾ ਜੇ, ਉਹ 2.5-3 ਕਿਲੋਮੀਟਰ ਉਹ ਕੱਚੇ ਨਾਲੇ ਦੇ ਵਿੱਚ ਦੀ ਜਾਂਦਾ। ਮੈਂ ਵੀ ਕੱਲ ਉੱਧਰ ਦੀ ਗਿਆ ਸੀਗਾ, ਸਾਡੇ ਸਾਰੇ ਕੱਪੜੇ ਉੱਥੇ ਮਿੱਟੀ ਦੇ ਵਿੱਚ ਖਰਾਬ ਹੋ ਜਾਂਦੇ ਨੇ। ਤੇ ਕਾਹਦੇ ਵਾਸਤੇ ਬੈਰੀਕੇਡ ਲਾਏ ਨੇ? ਘੱਟੋ ਘੱਟ ਜੇ ਕੋਈ ਜਾਣਾ ਚਾਹੁੰਦਾ, ਰਾਹਗੀਰ ਜਾਣਾ ਚਾਹੁੰਦਾ, ਉਹਦੀ ਤਲਾਸ਼ੀ ਲੈ ਲਓ। ਕੋਈ ਬੰਬ ਲੈ ਕੇ ਤਾਂ ਨਹੀਂ ਆਇਆ? ਬਿਲਕੁਲ ਵੀ ਤਲਾਸ਼ੀ ਲੈ ਲਓ ਤੇ ਉਹਨੂੰ ਜਾਣ ਦਿਓ ਵਿਚਾਰੇ ਨੂੰ। ਕਿੰਨੇ ਬਜ਼ੁਰਗ ਮੈਂ ਦੇਖੇ ਨੇ ਕੱਲ੍ਹ ਦਿੱਲੀ, ਉਹ ਪੈਦਲ ਉਹ ਅੱਗੇ ਜਾ ਕੇ ਦੂਰ ਬੱਸ ਮਿਲਦੀ ਆ। ਤੇ ਇਹ ਮੋਦੀ ਸਰਕਾਰ ਆ ਜੋ ਬਹੁਤ ਅਨਿਆਏ ਕਰ ਰਹੀ ਆ। ਇਹ ਜਵਾਨਾਂ ਨਾਲ ਵੀ ਧੱਕਾ ਕਰ ਰਹੀ ਆ, ਕਿਸਾਨਾਂ ਨਾਲ ਵੀ ਕਰ ਰਹੀ ਆ, ਮਜ਼ਦੂਰ ਮੁਲਾਜ਼ਮ ਇਸ ਤਰ੍ਹਾਂ ਦਾ ਕੋਈ ਰਹਿ ਨਹੀਂ ਗਿਆ। ਛੋਟਾ ਦੁਕਾਨਦਾਰ, ਕੋਈ ਟਰਾਂਸਪੋਰਟਰ, ਸਭ ਖਤਮ ਹੋ ਰਹੇ ਨੇ। ਜੇ ਕਿਸਾਨੀ ਅੰਦੋਲਨ ਅਸੀਂ ਜਿੱਤਦੇ ਹਾਂ ਤਾਂ ਦੁਨੀਆ ਦੇ ਵਿੱਚ ਇੱਕ ਬਹੁਤ ਵੱਡਾ ਸੰਦੇਸ਼ ਜਾਊਗਾ ਤੇ ਸਾਡਾ ਦੇਸ਼ ਤਰੱਕੀ ਕਰੂਗਾ। ਤੇ ਜੇ ਰੱਬ ਨਾ ਕਰੇ ਇੱਕ ਅੰਦੋਲਨ ਦੇ ਵਿੱਚ ਹਾਰ ਹੋ ਗਈ ਤਾਂ ਇਹਦਾ ਇਫੈਕਟ ਆ ਜਿਹੜਾ ਭਾਰਤ ਦੇ ਕਿਸਾਨਾਂ ਤੇ ਤਾਂ ਪੈਣਾ ਹੀ ਪੈਣਾ। ਤੇ ਵਿਦੇਸ਼ਾਂ ਦੇ ਜੋ ਕਿਸਾਨ ਨੇ, ਦੁਨੀਆ ਭਰ ਦੇ ਕਿਸਾਨਾਂ ਨੂੰ ਇਹ ਅੰਦੋਲਨ ਲੈ ਡੁੱਬੂਗਾ। ਇਸ ਕਰਕੇ ਮੈਂ ਸਾਰਿਆਂ ਨੂੰ, ਹਰ ਵਰਗ ਦੇ ਲੋਕਾਂ ਨੂੰ ਮੈਂ ਬੇਨਤੀ ਕਰਦਾ ਕਿ ਆਓ ਕਿਸਾਨ ਲੀਡਰਸ਼ਿਪ ਦੇ ਮੋਢੇ ਨਾਲ ਮੋਢਾ ਲਾਓ। ਆਪਾਂ ਇਹ ਜੰਗ ਜਿੱਤਣੀ ਆ, ਮੋਦੀ ਨੂੰ ਹਰਾਉਣਾ। ਜੈ ਹਿੰਦ। ਸੋ ਦਰਸ਼ਕੋ, ਤੁਸੀਂ ਦੇਖਿਆ ਕਿ ਅੱਜ ਇਸ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੇ ਕਿ ਆਪਣੀ ਪੂਰੀ ਜ਼ਿੰਦਗੀ ਉਹਨਾਂ ਨੇ ਬਾਰਡਰਾਂ ਤੇ ਹੰਢਾ ਦਿੱਤੀ ਤੇ ਅੱਜ ਕਿਸਾਨੀ ਅੰਦੋਲਨ 'ਚ ਡਟੇ ਹੋਏ ਨੇ, ਤਾਂ ਜੇ ਆਪਣੇ ਉਹ ਵੀ ਹੱਕਾਂ ਦੀ ਗੱਲ ਕਰਦੇ ਤਾਂ ਡੰਡੇ ਵੀ ਖਾਣੇ ਪੈਂਦੇ, ਲਾਠੀਆਂ ਵੀ ਖਾਣੀਆਂ ਪੈ ਰਹੀਆਂ ਨੇ। ਕਿਹੋ ਜਿਹਾ ਨਿਆਂ ਹੈ ਸਰਕਾਰ ਦਾ? ਸੋ ਸੋਚਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਨਤੀਜੇ ਕੀ ਨਿਕਲਦੇ ਨੇ। ਕੀ ਸਰਕਾਰ ਇਹ ਬਿੱਲ ਰੱਦ ਕਰਦੀ ਹੈ ਜਾਂ ਨਹੀਂ ਕਰਦੀ? ਸੋ ਬਣੇ ਰਹੋ ਤੁਸੀਂ ਪੰਜਾਬ ਨਿਊਜ਼ ਦੇ ਨਾਲ। ਲਗਾਤਾਰ ਤੁਹਾਨੂੰ ਇਸੇ ਹੀ ਤਰ੍ਹਾਂ ਅੱਗੇ ਵੀ ਅਪਡੇਟ ਦਿੰਦੇ ਰਹਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਧੰਨਵਾਦ।